अटक नूं वेख के अटक जाना ते सिखां दे घर च जम्मण दा फायदा ही की। श्रोमणी गुरुद्वारा प्रबंधक कमेटी ते काबज बादल कोड़मा सिखां दे विरोध विच है। खालसा दे पहुंचे हुए हैं और इत्थे करीब पौने 200 साल बाद जिहड़ा इत्थे महाराज गुरु ग्रंथ साहब जिहड़े सुशोभित होए। श्रोमणी गुरुद्वारा प्रबंधक कमेटी दीयां चोणां जिहड़ियां ने हर सिख नूं कमर कसा करना पऊ भी MLA दी वोट भावें रह जाए पर सिख श्रोमणी गुरुद्वारा प्रबंधक कमेटी दी वोट जरूर बनाउण। असीं सारिਆਂ ने संगतां नाल मिल के उपराला कीता। अज पौने 200 साल बाद तुसीं इस जगह ते खड़े। ਆਪਾਂ ਦੇਖਿਆ ਕਿ ਪਿਛਲੇ ਕਈ ਸਾਲਾਂ ਤੋਂ SGPC ਦੇ ਉੱਤੇ ਬਾਦਲਕਿਆਂ ਦਾ ਜਿਹੜਾ ਰਾਜ ਆ ਕੀ ਇਹਨਾਂ ਨੂੰ ਖਦੇੜਨਾ ਇੰਨਾ ਸੌਖਾ ਹੋਵੇਗਾ। ਆਟਾ ਦਾਲ ਸਕੀਮਾਂ ਚੋਂ ਨਿਕਲੋ, ਫਰੀ ਦੀਆਂ ਯਾਤਰਾਵਾਂ, ਫਰੀ ਦੀਆਂ ਬੱਤੀਆਂ ਬਾਲਣੀਆਂ ਬੰਦ ਕਰੋ ਔਰ ਬੰਦੇ ਦੇ ਪੁੱਤ ਬਣ ਕੇ ਧਿਆਨ ਦਿਓ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਬਣੇ ਉਹ ਸਿੱਖੋ ਤੁਹਾਡੇ ਕੁਛ ਨਹੀਂ ਜੇ ਲੱਗਦੇ। ਇੱਥੇ ਇਹਦੇ ਵਿੱਚ ਕੋਈ RSS ਦਾ ਵੀ ਹੱਥ ਹੋ ਸਕਦਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਲਈ, ਅਕਾਲ ਤਖ਼ਤ ਸਾਹਿਬ ਦੀ ਆਜ਼ਾਦੀ ਲਈ ਸਾਰੇ ਸਿਰ ਜੋੜ ਕੇ ਯੋਗਦਾਨ ਪਾਓ। ਦੀ ਦੱਸਦੀ ਹੈ ਕਦੀ ਹੁੰਦੇ ਸੀ ਅਸੀਂ ਵੀ ਰਾਜ ਵਾਲੇ। ਆਪਾਂ ਇਸ ਟਾਈਮ ਜਿਹੜਾ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਖਾਲਸਾ ਹੈਗਾ ਇਹਦੇ ਉੱਪਰ ਆਪਾਂ ਦੇਖ ਸਕਦੇ ਕਿ ਇਹਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਖਾਲਸਾ ਰਾਜ ਹੁੰਦਾ ਸੀ ਉਹਦੀ ਜਿਹੜੀ ਹੱਦ ਇੱਥੇ ਤੱਕ ਹੁੰਦੀ ਸੀ। ਇਹਦੇ ਤੋਂ ਅੱਗੇ ਜਿਹੜਾ ਸਤਲੁਜ ਦਰਿਆ ਇਹਦੇ ਨਾਲ ਜਿਹੜੀ ਅੱਗੇ ਆਪਣਾ ਅੰਗਰੇਜ਼ਾਂ ਦਾ ਰਾਜ ਚਾਲੂ ਹੋ ਜਾਂਦਾ ਸੀਗਾ ਔਰ ਇੱਧਰਲੇ ਪਾਸੇ ਜਿਹੜਾ ਸੀਗਾ ਸਿੱਖ ਰਾਜ ਹੁੰਦਾ ਸੀ। ਇਹਦੀ ਜਿਹੜੀ ਆ ਇੱਥੇ ਤੱਕ ਹੱਦ ਸੀਗੀ। ਹੱਦ ਦਾ ਜਿਹੜਾ ਹੈਗਾ ਇੱਥੇ ਉੱਪਰ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਖਾਲਸਾ ਰਾਜ ਦਾ ਜਿਹੜਾ ਹੈਗਾ ਝੰਡਾ ਲਗਾਇਆ ਗਿਆ ਸੀਗਾ। ਪਰ ਕੁਝ ਜਿੱਦਾਂ ਆਪਾਂ ਦੇਖ ਸਕਦੇ ਕਿ ਹੁਣ ਜਿੱਦਾਂ ਕਿਸਾਨੀ ਸੰਘਰਸ਼ ਆਪਣਾ ਜਿਹੜਾ ਕਾਮਯਾਬ ਹੋਇਆ ਹੈਗਾ ਔਰ ਕਿਸਾਨੀ ਸੰਘਰਸ਼ ਦੇ ਨਾਲ ਨਾਲ ਇੱਕ ਇਹ ਵੀ ਜਿਹੜੀ ਆਪਣੀ ਬਹੁਤ ਤਗੜੀ ਫਤਿਹ ਹੋਈ ਆ ਕਿਉਂਕਿ ਆਪਾਂ ਕੁਝ ਦਿਨ ਪਹਿਲਾਂ ਇੱਥੋਂ ਜਿਹੜਾ ਇੱਕ ਕਵਰ ਕੀਤਾ ਸੀਗਾ। ਉਸ ਟਾਈਮ ਇੱਥੇ ਜਾਣ ਨੂੰ ਰਸਤਾ ਨਹੀਂ ਸੀਗਾ ਔਰ ਇਹ ਮਲਟੀਨੈਸ਼ਨਲ ਕੰਪਨੀ ਜਿਹੜੀ ਹੈਗੀ ਆ ਇਹਦਾ ਕਬਜ਼ਾ ਸੀਗਾ। ਇਹਦੀ ਮਰਜ਼ੀ ਦੇ ਅਨੁਸਾਰ ਸਾਨੂੰ ਜਿਹੜਾ ਇੱਥੇ ਆਉਣਾ ਪੈਂਦਾ ਸੀ। ਪਰ ਜਿਹੜੀ ਇੱਕ ਬਹੁਤ ਵੱਡੀ ਜਿੱਤ ਹੋਈ ਹੈਗੀ ਆ ਕਿ ਇੱਥੇ ਜਿਹੜਾ ਆਪਾਂ ਹੁਣ ਅੱਜ ਦੀ ਤਾਰੀਖ ਦੇ ਵਿੱਚ ਬਹੁਤ ਵੱਡਾ ਨਗਰ ਕੀਰਤਨ ਲੈ ਕੇ ਜਿਹੜੀ ਸੰਗਤ ਇੱਥੇ ਪਹੁੰਚੀ ਹੈਗੀ ਆ। ਬੰਦੀ ਛੋੜ ਸਿੱਖ ਨੀਤੀ ਮਾਰਚ ਵੱਲੋਂ ਜਿਹੜਾ ਹੈਗਾ ਬਹੁਤ ਵੱਡਾ ਮਹਾਰਾਜ ਸਰਕਾਰੇ ਖਾਲਸਾ ਬਹੁਤ ਵੱਡਾ ਜਿਹੜਾ ਇੱਕ ਉਪਰਾਲਾ ਹੋਇਆ ਹੈਗਾ। ਇਹ ਆਪਾਂ ਦੇਖ ਸਕਦੇ ਕਿ ਬਹੁਤ ਵੱਡੀ ਜਿੱਤ ਜਿਹੜੀ ਹੈਗੀ ਆ ਕਿਸਾਨੀ ਸੰਘਰਸ਼ ਦੇ ਨਾਲ ਜਿਹੜੀ ਹੈਗੀ ਇੱਕ ਬਹੁਤ ਵੱਡੀ ਜਿੱਤ ਜਿਹੜੀ ਹੈਗੀ ਆ ਇੱਥੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜੀ ਅੱਜ ਸੰਗਤ ਇੱਥੇ ਆਈ ਹੈ ਨਗਰ ਕੀਰਤਨ ਲੈ ਕੇ ਆਏ ਆ। ਆਪਾਂ ਦੇਖ ਸਕਦੇ ਆ ਕਿ ਮਹਾਰਾਜ ਦੀ ਸਵਾਰੀ ਆ ਰਹੀ ਹੈ ਔਰ ਇਹ ਬਹੁਤ ਵੱਡੀ ਆਪਣੇ ਸਿੱਖ ਵਾਸਤੇ ਸਿੱਖ ਰਾਜ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਆਪਾਂ ਜਿਹੜੇ ਉੱਥੇ ਪਹੁੰਚੇ ਆ। ਆਪਾਂ ਉਹ ਇਸ ਟਾਈਮ ਉੱਥੇ ਪਹੁੰਚੇ ਆ ਜਿੱਥੇ ਕਦੀ ਪਹੁੰਚਣਾ ਬੜਾ ਮੁਸ਼ਕਿਲ ਹੁੰਦਾ ਸੀ। ਤਕਰੀਬ 2 ਮਹੀਨੇ ਪਹਿਲਾਂ ਜਿਹੜਾ ਮਲਟੀਨੈਸ਼ਨਲ ਕੰਪਨੀ ਦੀ ਯਾਦ 'ਚ ਲੈ ਕੇ ਜਿਹੜਾ ਇੱਥੇ ਸਾਡੇ ਕੋਲ ਪਹੁੰਚਿਆ ਜਾਂਦਾ ਸੀ। ਪਰ ਅੱਜ ਮਹਾਰਾਜ ਦਾ ਸਰੂਪ ਲੈ ਕੇ ਇੱਥੇ ਸੰਗਤਾਂ ਪਹੁੰਚੀਆਂ ਹੈਗੀਆਂ। ਆਪਾਂ ਦੇਖ ਸਕਦੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਹੈਗੀਆਂ ਇੱਥੇ ਤੱਕ ਜਿਹੜੀਆਂ ਪਹੁੰਚ ਚੁੱਕੀਆਂ ਹੈਗੀਆਂ ਔਰ ਇਹ ਬਹੁਤ ਵੱਡੀ ਜਿੱਤ ਇੱਕ ਕਹੀ ਜਾ ਸਕਦੀ ਹੈ ਕਿ ਇੱਥੇ ਜਿਹੜਾ ਇਹ ਜਗ੍ਹਾ ਜਿਹੜੀ ਇੱਕਦਮ ਅਣਗੌਲਿਆ ਗਈ ਸੀ। ਸਰਕਾਰ ਸਮੇਂ ਦੀ ਮੌਕੇ ਦੀ ਸਰਕਾਰਾਂ ਵੱਲੋਂ ਜਿਹੜੀ ਇਸ ਜਗ੍ਹਾ ਨੂੰ ਅਣਗੌਲਿਆ ਕੀਤਾ ਗਿਆ ਸੀਗਾ ਔਰ ਇੱਥੇ ਸਿਰਫ 2 ਮਹੀਨੇ ਪਹਿਲਾਂ ਆਪਾਂ ਆਏ ਸੀ ਜਦੋਂ ਇੱਥੇ ਬੀਆਂ ਬਾਣ ਸੀ ਔਰ ਕਈ ਜਿਹੜੀ ਸੰਗਤਾਂ ਉੱਪਰ ਜਿਹੜੀਆਂ ਜਾਣ ਦੀ ਕੋਸ਼ਿਸ਼ ਕਰ ਰਹੀ ਗਿਰ ਵੀ ਗਏ ਸੀ। ਬਜ਼ੁਰਗ ਕਈ ਦੇਖੇ ਗਏ ਸੀ, ਗਿਰੇ ਵੀ ਸੀਗੇ। ਪਰ ਕੁਛ ਸੰਗਤਾਂ ਦੇ ਉਪਰਾਲੇ ਸਦਕਾ ਜਿਹੜਾ ਅੱਜ ਇੱਥੇ ਇੱਕ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਖਾਲਸਾਈ ਰੂਪ ਜਿਹੜਾ ਇੱਥੇ ਪਹੁੰਚਿਆ ਹੈਗਾ ਇਸ ਦੀ ਬਹੁਤ ਵੱਡੀ ਜਿੱਤ ਆਪਾਂ ਕਹਿ ਸਕਦੇ ਕਿ ਅੱਜ ਬਹੁਤ ਵੱਡੀ ਜਿੱਤ ਕਿਸਾਨੀ ਸੰਘਰਸ਼ ਦੇ ਨਾਲ ਜਿਹੜੀ ਇਹ ਵੀ ਬਹੁਤ ਵੱਡੀ ਜਿੱਤ ਹੋਈ ਹੈਗੀ ਹੈ। ਇੱਥੇ ਆਪਣਾ ਜਿਹੜਾ ਖਾਲਸਾ ਸਰਕਾਰੇ ਖਾਲਸਾ ਜਿਹੜੀ ਸੀਗੀ ਉੱਥੇ ਤੱਕ ਆਪਾਂ ਅੱਜ ਪਹੁੰਚ ਕਰ ਰਹੇ ਆਪਾਂ। ਉੱਪਰ ਤੁਹਾਨੂੰ ਰਸਤਾ ਦਿਖਾਵਾਂਗੇ। ਜਾਣਾ ਹਜੇ ਵੀ ਵੈਸੇ ਮੁਸ਼ਕਿਲ ਹੈ ਪਰ ਕੁਛ ਨਾ ਕੁਛ ਜਿਹੜੇ ਉਪਰਾਲੇ ਕੀਤੇ ਜਾਣਗੇ ਔਰ ਸਿੰਘ ਸੰਗਤਾਂ ਜਿਹੜੀਆਂ ਹੈਗੀਆਂ ਇੱਥੇ ਜਿਹੜੀਆਂ ਸੱਜ ਕੇ ਇੱਥੇ ਹਾਜ਼ਰ ਹੋਈਆਂ ਹੈਗੀਆਂ ਬਹੁਤ ਵੱਡਾ ਜਿਹੜਾ ਇੱਕ ਵਧਾਈ ਦੇ ਪਾਤਰ ਹੈਗੇ ਆ। ਆਪਣੇ ਸਿੱਖ ਸਮਾਜ ਆਪਣੇ ਜਿਹੜੇ ਕੁਛ ਬੁੱਧੀਜੀਵੀ ਜਿਹੜੇ ਹੈਗੇ ਵਧਾਈ ਦੇ ਪਾਤਰ ਵੀ ਹੈਗੇ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ। ਆਪਾਂ ਦੇਖ ਸਕਦੇ ਹਾਂ ਕਿ ਇੱਥੇ ਵੱਡੀ ਗਿਣਤੀ ਵਿੱਚ ਜਿਹੜੀਆਂ ਸਿੱਖ ਸੰਗਤਾਂ ਜਿਹੜੀਆਂ ਪਹੁੰਚ ਚੁੱਕੀਆਂ ਹੈਗੀਆਂ। ਇਹ ਜਿਹੜਾ ਹੈਗਾ ਖਾਲਸਾ ਰਾਜ ਦਾ ਜਿਹੜਾ ਬਾਰਡਰ ਮੰਨਿਆ ਜਾਂਦਾ ਸੀਗਾ। ਖਾਲਸਾ ਰਾਜ ਦਾ ਇਹ ਬਾਰਡਰ ਸੀ ਔਰ ਆਪਾਂ ਦੇਖ ਸਕਦੇ ਕਿ ਜਿਹੜੀਆਂ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਹੈਗੀਆਂ।
ਔਰ ਬਹੁਤ ਵੱਡੀ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਕਿ ਇਹ ਕੁਝ 2 ਮਹੀਨੇ ਪਹਿਲਾਂ ਆਪਾਂ ਇੱਥੋਂ ਜਿਹੜੀ ਕਵਰੇਜ ਕੀਤੀ ਸੀ ਉਸ ਸਮੇਂ ਦੇਖਿਆ ਗਿਆ ਸੀ ਕਿ ਇੱਥੇ ਜਿਹੜਾ ਉੱਪਰ ਤੱਕ ਪਹੁੰਚਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਔਰ ਕਈ ਜਗ੍ਹਾ ਸਾਨੂੰ ਪਰਮਿਸ਼ਨ ਲੈ ਕੇ ਆਉਣਾ ਪਿਆ ਸੀ। ਪਰ ਜਿਸ ਗਿਣਤੀ ਦੇ ਵਿੱਚ ਅੱਜ ਇੱਥੇ ਸੰਗਤਾਂ ਪਹੁੰਚੀਆਂ ਹੈਗੀਆਂ, ਜਿਸ ਸ਼ਰਧਾ ਦੇ ਨਾਲ ਸੰਗਤਾਂ ਪਹੁੰਚੀਆਂ ਹੈਗੀਆਂ, ਆਪਾਂ ਕਹਿ ਸਕਦੇ ਕਿ ਇੱਥੇ ਜਲਦ ਤੋਂ ਜਲਦੀ ਹੀ ਕੋਈ ਇਤਿਹਾਸਿਕ ਜਿਹੜੀ ਜਗ੍ਹਾ ਬਣ ਸਕਦੀ ਹੈਗੀ ਆ। ਉਸ ਸਮੇਂ ਪਰਮਿੰਦਰ ਸਿੰਘ ਢੀਂਡਸਾ ਇੱਥੇ ਪਹੁੰਚੇ ਸੀਗੇ, ਜਿਹੜੇ ਆਪਣੇ ਮੰਤਰੀ ਵੀ ਰਹੇ ਸੀ ਪਹਿਲੀ ਸਰਕਾਰ 'ਚ। ਉਹਨਾਂ ਨੇ ਐਲਾਨ ਕੀਤਾ ਸੀ 5 ਲੱਖ ਰੁਪਇਆ ਦੇਣ ਦਾ। ਆਪਾਂ ਦੇਖ ਸਕਦੇ ਹਾਂ ਕਿ ਇਹੋ ਜਿਹੇ ਬੁੱਧੀਜੀਵੀਆਂ ਜਿਹੜੀਆਂ ਹੈਗੀਆਂ, ਵੱਡੀਆਂ ਸ਼ਖਸੀਅਤਾਂ ਜੋ ਇੱਥੇ ਆਪਣੇ ਉਪਰਾਲੇ ਕਰਨਗੀਆਂ ਤਾਂ ਬਹੁਤ ਹੀ ਜਲਦੀ ਇੱਥੇ ਜਿਹੜਾ ਹੈਗਾ ਖਾਲਸਾ ਰਾਜ ਦਾ ਜਿਹੜਾ ਹੈਗਾ ਸੀਗਾ ਨਿਸ਼ਾਨੀਆਂ ਨੂੰ ਜਿਹੜੇ ਸੰਭਾਲਿਆ ਜਾ ਸਕਦਾ ਹੈਗਾ। ਕੈਮਰਾਮੈਨ ਨਾਲ ਸੁਖਵਿੰਦਰ ਸੈਣੀ, ਰੂਪਨਗਰ। हम देख सकते हैं कि इतने नगर कीर्तन ਜਿਹੜਾ ਹੈਗਾ ਇੱਥੇ ਸ਼ੁਰੂਆਤ ਹੋ ਚੁੱਕੀ ਹੈ। ਇਹਦੇ ਆਪਾਂ ਉੱਪਰ ਤੱਕ ਜਾਣਾ ਹੈਗਾ। ਦੇਖ ਸਕਦੇ ਕਿ ਇੱਥੇ ਪਹਿਲੀ ਦਫਾ ਹੈਗਾ ਜਦੋਂ ਮਹਾਰਾਜ ਦਾ ਸਰੂਪ ਇੱਥੇ ਪਹੁੰਚ ਰਿਹਾ ਹੈਗਾ। ਇਹ ਵਿਰਾਸਤ-ਏ ਖਾਲਸਾ ਸਰਕਾਰੇ ਖਾਲਸਾ ਦਾ ਜਿਹੜੀ ਜਗ੍ਹਾ ਹੈਗੀ ਇੱਥੇ ਆਪਾਂ ਦੇਖ ਸਕਦੇ ਹਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਦੇ ਇੱਥੇ ਪਹੁੰਚਣ ਨਾਲ ਇਸ ਜਗ੍ਹਾ ਨੂੰ ਜਿਹੜਾ ਇਤਿਹਾਸਿਕ ਜਗ੍ਹਾ ਹੈਗੀ ਆ ਇਸ ਨੂੰ 4 ਚੰਦ ਲੱਗੇ ਹੈਗੇ ਆ। ਆਪਾਂ ਕੁਝ ਦਿਨ ਪਹਿਲਾਂ ਵੀ ਜਿਹੜਾ ਇੱਥੇ ਵਿਜ਼ਿਟ ਕੀਤੀ ਸੀ ਔਰ ਉਸ ਟਾਈਮ ਜਿਹੜੀ ਹੈਗੀ ਇਹ ਸੜਕ ਜਿਹੜੀ ਸੀਗੀ ਇੱਕ ਕੱਚੀ ਔਰ ਇੱਥੇ ਕਈ ਗਿਰੇ ਵੀ ਸੀ, ਬਾਰਿਸ਼ ਦਾ ਵੀ ਮਾਹੌਲ ਬਣਿਆ ਹੋਇਆ ਸੀਗਾ। ਔਰ ਆਪਾਂ ਦੇਖ ਸਕਦੇ ਕਿ ਅੱਜ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਹੈਗੀਆਂ ਤੇ ਜਿਹੜੀ ਮਾਂ ਸੀ ਧੀ ਉਹਨੂੰ ਕਹਿਣ ਲੱਗੇ ਜੀ ਨਰਕ ਦੀ ਪੌੜੀ, ਘਰ ਦੀ ਰਖੇਲ, ਪੈਰ ਦੀ ਜੁੱਤੀ। ਪਰ ਸਿੱਖ ਨੀਤੀ ਨੇ ਆਖਿਆ ਨਹੀਂ, ਸੋ ਕਿਉ ਮੰਦਾ ਆਖੀਏ ਜਿਤ ਜੰਮੇ, ਜੇ ਕੋਖੀ ਨਾ ਰਹੀ ਤਾਂ ਕੱਖ ਨਹੀਂ ਰਹਿਣਾ। ਉਹਨਾਂ ਨੇ ਧੀ ਦਾ ਸਨਮਾਨ ਕੀਤਾ, ਭੈਣ ਦਾ ਕੀਤਾ, ਪਤਨੀ ਦਾ ਕੀਤਾ, ਮਾਂ ਦਾ ਕੀਤਾ। ਔਰ ਜਿਨ੍ਹਾਂ ਨੇ ਕਿਧਰੇ ਧੀਆਂ ਦੇ ਕਤਲ ਕੀਤੇ, ਭੈਣਾਂ ਨਾਲ ਫਰੇਬ ਕੀਤੇ, ਮਾਵਾਂ ਨੂੰ ਰੋਲਿਆ, ਪਤਨੀਆਂ ਨੂੰ ਤਲਾਕ ਦਿੱਤੇ, ਉਹ ਸਿੱਖੀ ਚੋਂ ਖਾਰਜ ਕਰ ਦਿੱਤੇ ਗਏ। ਬੇਸ਼ੱਕ ਅੱਜ ਉਹ ਕੁੜੀ ਮਾਰ ਪ੍ਰਧਾਨ ਬਣੇ ਫਿਰਨ, ਪਰ ਇਹ ਰਾਜਨੀਤੀ ਗੰਦੀ ਦੀ ਖੇਡ ਹੈ। ਸਿੱਖ ਨੀਤੀ ਇਹਨੂੰ ਪ੍ਰਵਾਨ ਨਹੀਂ ਕਰਦੀ। ਸਿੱਖ ਨੀਤੀ ਅੱਜ ਵੀ ਅਜਿਹੇ ਪ੍ਰਧਾਨਾਂ ਦੀ ਛੁੱਟੀ ਕਰਨ ਦੀ ਤਿਆਰੀ 'ਚ ਲੱਗੀ ਹੋਈ। ਸਿੱਖ ਨੀਤੀ ਅੱਜ ਵੀ ਆਪਣੇ ਬਲ ਬੂਤੇ ਤੇ ਖੜ ਕੇ ਆਵਾਜ਼ ਦਿੰਦੀ। ਉਹ ਗੁਰੂ ਨਾਨਕ ਸਾਹਿਬ ਦੀ ਸਿੱਖ ਨੀਤੀ ਨੇ ਸਮਾਜਿਕ ਤਲ ਤੇ ਵੀ ਆਵਾਜ਼ ਦਿੱਤੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਇਥੋਂ ਤੱਕ ਹਮ ਆਦਮੀ ਹਾਂ ਇੱਕ ਦਮੀ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਪਰ ਨਾਨਕ ਦੀ ਨੀਤੀ ਜਿੱਥੇ ਸਾਂਝੀਵਾਲਤਾ ਦਾ ਪ੍ਰਤੀਕ ਹੈ, ਉੱਥੇ ਆਪਣੀ ਪਛਾਣ ਨਿਰਾਲੀ ਰੱਖਦੀ। ਉਹ ਕਿਹੜੀ? ਕਹਿੰਦੇ ਮੈਂ ਫਿਰਕਿਆਂ 'ਚ ਨਹੀਂ ਵੰਡਿਆ ਹੋਇਆ, ਨਾ ਹਮ ਹਿੰਦੂ ਨਾ ਮੁਸਲਮਾਨ। ਕੌਣ ਹੋ ਤੁਸੀਂ? ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ। ਅਸੀਂ ਆਮ ਆਦਮੀ ਨਹੀਂ, ਅਸੀਂ ਖਾਸ ਆਦਮੀ, ਕਿਉਂਕਿ ਸਾਡਾ ਬਾਪੂ ਸਾਨੂੰ ਖਾਸ ਬਣਾ ਗਿਆ, VIP ਬਣਾ ਗਿਆ। ਇਹ ਸਿੱਖ ਨੀਤੀ ਨੇ ਸਾਨੂੰ ਦਾਤ ਦਿੱਤੀ। ਬਡਾਲਾ ਸਾਹਿਬ ਅੱਜ ਸਮਾਗਮ ਕੀਤੇ ਆ, ਇਹ ਕਿੱਥੇ ਕੀਤੇ ਸਮਾਗਮ ਤੇ ਮਕਸਦ ਕੀ ਸੀ ਸਮਾਗਮ ਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2016 22 ਮਾਰਚ ਤੋਂ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਆਰੰਭਤਾ ਆਨੰਦਪੁਰ ਸਾਹਿਬ ਤੋਂ ਕੀਤੀ ਗਈ ਸੀ, ਜਿਸ ਦੇ ਤਹਿਤ ਅੱਜ ਦਾ ਸਮਾਗਮ ਜਿਹੜਾ ਹੈ ਇੱਥੇ ਦੀ ਵਿਰਾਸਤ ਸੰਭਾਲ ਕਮੇਟੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕੋਟਲਾ ਨਿਹੰਗ ਖਾਂ ਤੋਂ ਗੁਰਦੁਆਰਾ ਸਾਹਿਬ ਤੋਂ ਸਿੱਖ ਨੀਤੀ ਮਾਰਚ ਦੀ ਆਰੰਭਤਾ ਹੋਈ ਤੇ ਖਾਲਸਾ ਛਾਉਣੀ ਜਿਹੜੀ ਆ ਅੱਜ ਇੱਥੇ ਆਪਾਂ ਖੜੇ ਹਾਂ, ਸਾਡੇ ਸਿੱਖ ਰਾਜ ਦੀ ਨਿਸ਼ਾਨੀ ਸਰਕਾਰ-ਏ ਖਾਲਸਾ ਦੀ ਜਗ੍ਹਾ। ਇੱਥੇ ਖੜ ਕੇ ਅੱਜ ਪੌਣੇ 200 ਸਾਲ ਬਾਅਦ ਇਸ ਜਗ੍ਹਾ ਤੇ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ। ਸਿੱਖ ਨੀਤੀ ਮਾਰਚ ਤੇ ਸਿੱਖ ਨੀਤੀ ਸਮਾਗਮ ਕੀਤਾ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਏ, 5 ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦੀ ਛਤਰ ਛਾਇਆ ਹੇਠ ਇਹ ਸਾਰਾ ਅੱਜ ਦਾ ਸਿੱਖ ਨੀਤੀ ਸਮਾਗਮ ਜਿਹੜਾ ਸੰਪੰਨ। ਬਡਾਲਾ ਸਾਹਿਬ ਤੁਸੀਂ ਜਿੱਦਾਂ ਕਹਿ ਰਹੇ ਸੀਗੇ ਕਿ SGPC ਜਿਹੜੀ ਆ ਐਂਟੀ ਸਿੱਖ ਚੱਲ ਰਹੀ ਆ, ਕੀ ਇਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਵਿਗਾੜਿਆ ਜਾ ਸਕਦਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਵਿਰੋਧ 'ਚ ਨਹੀਂ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਕੋੜਮਾ ਸਿੱਖਾਂ ਦੇ ਵਿਰੋਧ ਵਿੱਚ ਹੈ, ਜਿਹੜਾ ਕਿ ਚੋਣਾਂ ਦੇ ਜ਼ਰੀਏ ਕਾਬਜ ਉੱਥੇ ਹੋਇਆ ਕਈ ਦਹਾਕਿਆਂ ਤੋਂ। ਉਹਨੂੰ ਗਲੋਂ ਲਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਉਹਦੇ ਲਈ
ਆ ਜਿਹੜੇ ਸਿੱਖ ਨੀਤੀ ਮਾਰਚ ਨੇ ਇਹਨਾਂ ਦਾ ਮਕਸਦ ਹੀ ਇਹ ਹੈ, ਸਰਕਾਰ ਏ ਖਾਲਸਾ ਦਰਬਾਰ ਏ ਖਾਲਸਾ ਉਹਨਾਂ ਦੀ ਬਹਾਲੀ ਹੈ। ਔਰ ਉਸ ਚੋਣ ਸਿਸਟਮ 'ਚ ਅਸੀਂ ਫਸ ਚੁੱਕੇ ਹਾਂ। ਇਸ ਲਈ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ, ਹਰ ਸਿੱਖ ਨੂੰ ਕਮਰ ਕੱਸਾ ਕਰਨਾ ਪਊ ਵੀ ਐਮਐਲਏ ਦੀ ਵੋਟ ਭਾਵੇਂ ਰਹਿ ਜਾਏ, ਪਰ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟ ਜ਼ਰੂਰ ਬਣਾਉਣ, ਤਾਂ ਜੋ ਬਾਦਲ ਕਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਆਜ਼ਾਦ ਹੋਵੇ, ਅਕਾਲੀ ਫੂਲਾ ਸਿੰਘ ਬਹਾਲ ਹੋਣ, ਤੇ ਜਿੱਦਣ ਅਕਾਲੀ ਫੂਲਾ ਸਿੰਘ ਬਹਾਲ ਹੋਣਗੇ ਉਦਣ ਕੌਮ ਨੂੰ ਹਰੀ ਸਿੰਘ ਨਲੂਏ ਤੇ ਸ਼ੇਰੇ ਪੰਜਾਬ ਵੀ ਨਸੀਬ ਹੋਣਗੇ। ਆਪਾਂ ਦੇਖਿਆ ਕਿ ਪਿਛਲੇ ਕਈ ਸਾਲਾਂ ਤੋਂ ਐਸਜੀਪੀਸੀ ਦੇ ਉੱਤੇ ਬਾਦਲ ਕਿਆਂ ਦਾ ਜਿਹੜਾ ਰਾਜ ਆ, ਕੀ ਇਹਨਾਂ ਨੂੰ ਖਦੇੜਨਾ ਇੰਨਾ ਸੌਖਾ ਹੋਵੇਗਾ? ਕੋਈ ਔਖਾ ਨਹੀਂ ਜੀ, ਤੁਹਾਡੇ ਆਤਮਿਕ ਵਿਸ਼ਵਾਸ ਦ੍ਰਿੜਤਾ ਦੀ ਗੱਲ ਆ ਜੀ। ਆ ਹੁਣ ਇੱਥੇ ਵੀਰ ਸਤਕਾਰ ਵਿਰਾਸਤ ਸੰਭਾਲ ਕਮੇਟੀ ਭਾਈ ਜਸਕਰਨ ਸਿੰਘ ਹੋਣੀ ਤੇ ਜਾਂ ਅਸੀਂ ਸਾਰਿਆਂ ਨੇ ਸੰਗਤਾਂ ਨਾਲ ਮਿਲ ਕੇ ਉਪਰਾਲਾ ਕੀਤਾ, ਅੱਜ ਪੌਣੇ 200 ਸਾਲ ਬਾਅਦ ਤੁਸੀਂ ਇਸ ਜਗ੍ਹਾ ਤੇ ਖੜੇ। ਕੋਈ ਕੰਮ ਔਖਾ ਨਹੀਂ ਜੀ। ਡਾਂਗ ਮਾਰ ਸਾਹਿਬ ਤੱਕ ਮਾਰਚ ਕੱਢ ਸਕਦੇ ਹਾਂ, ਰਾਸ਼ਟਰਪਤੀ ਭਵਨ ਤੱਕ ਜਾ ਸਕਦੇ ਹਾਂ। ਅਟਕ ਨੂੰ ਵੇਖ ਕੇ ਅਟਕ ਜਾਣਾ ਤੇ ਸਿੱਖਾਂ ਦੇ ਘਰ 'ਚ ਜੰਮਣ ਦਾ ਫਾਇਦਾ ਹੀ ਕੀ। ਇਸ ਲਈ ਅਸੀਂ ਤਾਂ ਅਟਕ ਨੂੰ ਅਟਕਾ ਕੇ ਪਾਰ ਕਰਨ ਵਾਲੇ ਹਰੀ ਸਿੰਘ ਨਲੂਇਆਂ ਦੇ ਵਾਰਸਾਂ। ਇਸ ਲਈ ਗੁਰੂ ਕਿਰਪਾ ਕਰੇ ਆਰ ਜਾਵਾਂਗੇ ਜਾਂ ਪਾਰ ਜਾਵਾਂਗੇ, ਕੋਈ ਔਖਾ ਕੰਮ ਨਹੀਂ। ਇਹ ਬਾਦਲ ਕਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚੋਂ ਕੱਢਣਾ, ਸਿੱਖਾਂ ਨੂੰ ਲਾਮਬੰਦ ਹੋਣ ਦੀ ਜ਼ਰੂਰਤ ਹੈ। ਆਉਂਦੀਆਂ 2022 ਦੀਆਂ ਚੋਣਾਂ ਸੰਬੰਧੀ ਵੀ ਤੁਸੀਂ ਕੋਈ ਸਿੱਖ ਜਥੇਬੰਦੀਆਂ ਲਾਮਬੰਦ ਕਰੋਗੇ ਇਹਨਾਂ ਦੇ ਖਿਲਾਫ? ਬਿਲਕੁਲ ਜੀ, ਸਿੱਖ ਨੀਤੀ ਮਾਰਚ ਕੱਢਣ ਦਾ ਮਕਸਦ ਹੀ ਇਹ ਆ, ਅਸੀਂ ਪਿੰਡਾਂ 'ਚ ਜਾ ਜਾ ਕੇ ਸੰਗਤਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਇਹ ਜਾਗਰੂਕ ਕਰਾਂਗੇ ਕਿ ਪਰ ਭਾਈ ਜਾਗਰੂਕ ਹੋਵੋ, ਆਟਾ ਦਾਲ ਸਕੀਮਾਂ 'ਚੋਂ ਨਿਕਲੋ, ਫਰੀ ਦੀਆਂ ਯਾਤਰਾਵਾਂ, ਫਰੀ ਦੀਆਂ ਬੱਤੀਆਂ ਬਾਲਣੀਆਂ ਬੰਦ ਕਰੋ, ਔਰ ਬੰਦੇ ਦੇ ਪੁੱਤ ਬਣ ਕੇ ਧਿਆਨ ਦਿਓ। ਜਿਹੜੇ ਲੋਕ ਤੁਹਾਨੂੰ ਸਿਸਟਮ ਦੇਣ ਦੀ ਬਜਾਏ NGO ਦੇ ਰਹੇ ਨੇ, ਉਹਨਾਂ ਲੋਕਾਂ ਨੇ ਤੁਹਾਡੀ ਪਨੀਰੀ ਨੂੰ ਜੰਮਦਿਆਂ ਵੀ ਕਰਜ਼ਾਈ ਤੇ ਮਰਨ ਲਈ ਵੀ ਕਰਜ਼ਾਈ ਹੋਣ ਲਈ ਮਜਬੂਰ ਕਰਤਾ। ਆਪ ਜੰਮਦੇ ਵੀ ਅਰਬਾਂਪਤੀ ਤੇ ਮਰਦੇ ਵੀ ਅਰਬਾਂਪਤੀ ਬਣ ਚੁੱਕੇ ਨੇ। ਇਸ ਲਈ ਇਹਨੂੰ ਬਦਲਣ ਵਾਸਤੇ ਜਿਹੜੀ ਆਉਣ ਵਾਲੀਆਂ ਚੋਣਾਂ ਨੇ 22 ਦੀਆਂ, ਉਹਦੇ ਵਿੱਚ ਜਿਹੜੀ ਸਰਕਾਰ ਪੰਜਾਬ ਦੇ ਪਾਣੀ, ਪੰਜਾਬ ਦੀ ਪੌਣ, ਪੰਜਾਬ ਦੀ ਧਰਤੀ, ਪੰਜਾਬੀ, ਪੰਜਾਬੀਅਤ, ਪੰਜਾਬ, ਨੌਜਵਾਨੀ, ਕਿਸਾਨੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਇਨਸਾਫ ਨਹੀਂ ਕਰ ਸਕਦੀ, ਇਹਨਾਂ ਪਾਰਟੀਆਂ ਦਾ ਬਾਈਕਾਟ ਕਰੋ, ਚਾਹੇ ਕੋਈ ਵੀ ਹੋਵੇ। ਬਾਬਾ ਜਾਂਦੇ ਜਾਂਦੇ ਇੱਕ ਗੱਲ ਹੋਰ ਦੱਸੋ ਕਿ ਜਿੱਦਾਂ ਆਪਾਂ ਹਰਿਮੰਦਰ ਸਾਹਿਬ ਦੀ ਜੇ ਗੱਲ ਕਰੀਏ, ਉੱਥੇ ਕੀਰਤਨੀ ਜਥੇ ਹੈਗੇ ਜਾਂ ਜਿਹੜੇ ਹੈਗੇ ਕੀਰਤਨੀ ਹੈਗੇ, ਉਹਨਾਂ ਨਾਲ ਵੀ ਕੋਈ ਧੱਕੇਸ਼ਾਹੀ ਹੁੰਦੀ ਹੈਗੀ? ਧੱਕੇਸ਼ਾਹੀ ਦੇਖੋ ਜੀ, ਤੁਸੀਂ ਮੈਂ ਤੁਹਾਡੇ ਸਾਹਮਣੇ ਕੀਰਤਨੀ ਹੀ ਖੜਾ, ਉੱਥੇ ਉਹ ਬੀਬੀ ਮਰ ਗਈ ਆ। ਅਸੀਂ ਜਦੋਂ ਸ਼ਬਦ ਪੜ੍ਹਦੇ ਸਾਂ, ਉਲਟੀ ਵਾੜ ਖੇਤ ਕੋ ਖਾਈ, ਕੱਲ ਕਾਤੀ ਰਾਜੇ ਕਸਾਈ, ਸੰਤਾਂ ਨਾਲ ਵੈਰ ਕਮਾਵਦੇ, ਜਾਂ ਕੁੱਤਾ ਰਾਜ ਬਹਾਲੀਏ। ਤੇ ਉਸ ਬੀਬੀ ਨੇ ਕਹਿਣਾ, ਜਦੋਂ ਮੈਂ ਆਉਣੀ ਇਸ ਭਾਈ ਦੀ ਛੁੱਟੀ ਕਰਿਆ ਕਰੋ। ਇਹ ਡਰਾਉਣੇ ਸ਼ਬਦ ਪੜ੍ਹਦਾ ਇੱਥੋਂ ਤੱਕ। ਉਦੋਂ ਬਾਅਦ ਬਾਬੇ ਗੁਰਦਿੱਤੇ ਦੇ ਗੁਰਦੁਆਰੇ 'ਚ ਘਟਨਾ ਵਾਪਰਦੀ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਾਬਜ ਨਰੈਣੂ ਕੋੜਮਾ ਸ਼ਰਾਬ ਪੀ ਕੇ ਉਲਟੀਆਂ ਕਰ ਦਿੰਦਾ। ਇਹ ਗੱਲ ਮੀਡੀਆ ਰਾਹੀਂ ਮੈਂ ਸੰਗਤ ਨੂੰ ਦੱਸ ਦਿੰਦਾ ਤੇ ਉਸ ਨੂੰ ਠੀਕ ਕਰਨ ਦੀ ਬਜਾਏ ਸਾਨੂੰ ਕੱਢ ਕੇ ਬਾਹਰ ਮਾਰਦੇ ਨੇ। ਤੇ ਸੋ ਜਿੰਨੇ ਅੱਜ ਗੁਰਦੁਆਰੇ ਨੇ ਸ਼੍ਰੋਮਣੀ ਕਮੇਟੀ ਕੋਲੇ ਜਾਂ ਇਹਨਾਂ ਦੇ ਝੋਲੀ ਚੁੱਕਾਂ ਕੋਲੇ, ਉੱਥੇ ਕਹਿੰਦੇ ਜੀ ਇਹਨਾਂ ਨੂੰ ਕੀਰਤਨ ਨਾ ਕਰਨ ਦਿਓ। ਇੱਥੋਂ ਸਪਸ਼ਟ ਹੀ ਹੈ ਕਿ ਦਰਬਾਰ ਸਾਹਿਬ ਦੇ ਕੀਰਤਨੀਆਂ ਨਾਲ ਕੀ ਕਰਦੇ, ਤੁਹਾਡੇ ਸਾਹਮਣੇ ਖੜਾ। ਬਿਲਕੁਲ ਕਿਤੇ ਨਾ ਕਿਤੇ ਜੀ, ਨਹੀਂ ਹਰ ਥਾਂ ਤੇ ਹੋ ਰਹੀ ਆ। ਇੱਥੋਂ ਤੱਕ ਕਿ ਕੀਰਤਨੀਏ ਭਰਤੀ ਪਰਚੀਆਂ ਕੱਟਦੇ ਵੀ ਫੜੇ, ਪਰਚੀਆਂ ਤੇ ਲਾਏ ਹੋਏ ਆ ਸਾਈਕਲ ਸਟੈਂਡਾਂ ਤੇ। ਭਰਤੀ ਕੀਰਤਨੀਏ ਦੀ ਡਿਊਟੀ ਸਾਈਕਲ ਸਟੈਂਡ ਦੀ। ਇਸ ਤਰ੍ਹਾਂ ਵੀ ਹੋਇਆ ਵੀ ਉਹ ਕੋਈ ਭਰਤੀ ਕੀਰਤਨੀਆਂ ਡਿਊਟੀ ਬਰਸ਼ੇ ਤੇ ਖੜਾ ਹੈ। ਜਿਹੜੇ ਆ ਕੇ ਰੋਂਦੇ ਨੇ ਵੀ ਭਾਈ ਸਾਹਿਬ ਅਸੀਂ ਕਿਹੜੇ ਖੂਜ ਪਈ, ਤਾਂ ਬੋਲ ਵੀ ਨਹੀਂ ਸਕਦੇ ਕਿ ਸਾਨੂੰ ਕੱਢ ਦੇਣਗੇ, ਗਰੀਬ ਆ ਅਸੀਂ। ਇਸ ਲਈ ਧੱਕੇਸ਼ਾਹੀ ਜਿਹੜੀ ਆ ਉਹ ਸ਼ਿਖਰ ਦੀ ਹੈ। ਉੱਥੇ ਜਿਨ੍ਹਾਂ ਨੂੰ ਕੀਰਤਨ ਨਹੀਂ ਆਉਂਦਾ ਉਹ ਜਥੇਦਾਰ ਲਾਏ ਹੋਏ ਆ ਰਾਗੀਆਂ ਦੇ ਉੱਤੇ, ਜਿਨ੍ਹਾਂ ਨੂੰ ਆਉਂਦਾ ਆ ਉਹ ਰੁਲਦੇ ਫਿਰਦੇ ਆ। ਔਰ ਉੱਥੇ ਜਿਹਦਾ ਛਿੱਤਰ ਕਾਇਮ ਹੈ, ਜਿਹਦਾ ਲਿਫਾਫਾ ਕਾਇਮ ਹੈ, ਉੱਤੇ ਰਿਸ਼ਵਤ ਦੇਣ ਵਾਲਾ, ਉਹ ਜੱਫੇ ਮਾਰ ਅੱਗੇ ਪੰਥਕ ਨੇ, ਤੇ ਬਾਕੀ ਜਿਹੜੇ ਨੇ ਉਹ ਭਗੌੜੇ ਨੇ ਤੇ ਉਹ ਵਡਾਲੇ ਵਰਗੇ ਸ਼੍ਰੋਮਣੀ ਕਮੇਟੀ ਦੀ ਬਦਨਾਮੀ ਕਰਦੇ ਆ ਜੀ। ਇੱਦਾਂ ਆਪਣੇ ਸਿੱਖ ਹੋਣ ਨੂੰ ਖਤਰਾ ਨਹੀਂ ਆ ਜੀ? ਸਿੱਖ ਹੋਂਦ ਨੂੰ ਖਤਰਾ ਨਹੀਂ, ਇਹ ਤਾਂ ਬੀਜ ਨਾਸ ਕਰਨ ਲੱਗੇ ਨੇ ਜੀ।
ਉਹ ਕਹਿੰਦੇ ਪੰਜਾਬ ਦੇ ਕਿਸਾਨ ਦੀ ਹੜ੍ਹਾਂ ਨਾਲ ਕਣਕ ਰੁੜ ਗਈ। ਉਹ ਕਹਿੰਦਾ ਕੋਈ ਗੱਲ ਨਹੀਂ। ਉਹ ਕਹਿੰਦੇ ਬਾਪੂ ਘਰ 'ਚ ਵੀ ਪਾਣੀ ਆ ਗਿਆ, ਜਿਹੜਾ ਬੋਰੀ ਸੀ ਉਹ ਡੁੱਬ ਗਈ, ਗਲ ਗਈ, ਰੁੜ ਗਈ। ਬਾਪੂ ਦੁਹੱਥੜਾ ਮਾਰ ਉੱਠਿਆ, ਕਹਿੰਦੇ ਸਾਰੀ ਕਣਕ ਰੁੜ ਗਈ, ਉਦੋਂ ਨਹੀਂ ਰੋਇਆ। ਉਹ ਕਹਿੰਦਾ ਉਹ ਬੀਜ ਨਹੀਂ ਸੀ, ਉਹ ਬੋਰੀ ਬੀਜ ਸੀ। ਹੁਣ ਇਹ ਬਾਦਲ ਕਿਆਂ ਨੇ ਬੀਜ ਤੇ ਹੱਥ ਪਾ ਲਿਆ ਆ। ਇਸ ਲਈ ਉਹ ਚਾਹੇ ਜੱਫੇ ਮਾਰ ਹੋਣ ਤੇ ਚਾਹੇ ਉਹ ਬਾਬੇ ਹੋਣ ਤੇ ਚਾਹੇ ਇਹਨਾਂ ਦੇ ਝੋਲੀ ਚੁੱਕ ਹੋਣ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਬਣੇ, ਉਹ ਸਿੱਖੋ ਤੁਹਾਡੇ ਕੁਛ ਨਹੀਂ ਜੇ ਲੱਗਦੇ। ਇੱਥੇ ਇਹਦੇ ਵਿੱਚ ਕੋਈ ਆਰਐਸਐਸ ਦਾ ਵੀ ਹੱਥ ਹੋ ਸਕਦਾ ਜੀ? ਮਹਾਰਾਜ ਜੀ ਇਹ ਹੱਥ ਛੱਡੋ, ਇਹ ਹੱਥ ਹੀ ਉਹਨਾਂ ਲੋਕਾਂ ਦੇ ਨੇ ਸਿੱਖ ਵਿਰੋਧੀ ਤਾਕਤਾਂ ਦੇ। ਇਹ ਤਾਂ 1978 ਦੇ ਉਹਨਾਂ ਦੇ ਮੈਂਬਰ ਬਣੇ ਤੁਰੇ ਫਿਰਦੇ। ਅੱਜ ਕੋਈ ਨਵੀਂ ਗੱਲ ਥੋੜੀ ਹੈ। ਉਹ ਪੁਰਾਣੇ ਤੁਸੀਂ ਅੱਜ ਵੀ ਸਾਡੇ ਤੋਂ ਦਸਤਾਵੇਜ਼ ਲੈ ਸਕਦੇ ਹੋ, ਬੋਲਦੇ। ਕੀ ਸੰਦੇਸ਼ ਦੇਣਾ ਚਾਹੋਗੇ ਜਾਂਦੇ ਜਾਂਦੇ, ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਸਿੱਖ ਵਾਸਤੇ, ਆਪਣੇ ਪੰਜਾਬੀ ਵਾਸਤੇ? ਮੈਂ ਆਪਣੇ ਵੀਰਾਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਲਈ, ਅਕਾਲ ਤਖ਼ਤ ਸਾਹਿਬ ਦੀ ਆਜ਼ਾਦੀ ਲਈ ਸਾਰੇ ਸਿਰ ਜੋੜ ਕੇ ਯੋਗਦਾਨ ਪਾਓ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਔਰ ਪੰਜਾਬ ਦੀ ਪੌਣ ਪਾਣੀ ਧਰਤੀ ਲਈ ਆਵਾਜ਼ ਬਣੋ। ਊੜਾ ਜੂੜਾ ਪੱਗ ਚੁੰਨੀ ਬਾਣੀ ਬਾਣਾ ਪੰਥ ਗ੍ਰੰਥ ਕਲਮ ਕਿਰਪਾਨ। ਇਹ ਹੁਣ ਬਾਬੇ ਬਣਨ ਤੋਂ ਬਿਨਾਂ ਬਚਣਾ ਨਹੀਂ। ਇਸ ਲਈ ਘਰ ਘਰ ਦੇ ਵਿੱਚ ਉਹ ਬਾਬੇ ਪੈਦਾ ਕਰੋ ਜਿਹੜੇ ਲਾਮਬੰਦ ਹੋ ਕੇ ਗੁਰਦੁਆਰਿਆਂ ਦੇ ਵਿੱਚੋਂ ਸਿਆਸੀ ਦਖਲਅੰਦਾਜ਼ੀ ਬੰਦ ਕਰਨ, ਗੋਲਕ ਚੋਰਾਂ ਨੂੰ ਨੱਥ ਪਾਉਣ ਤੇ ਗੁਰਦੁਆਰਿਆਂ ਦੇ ਵਿੱਚੋਂ ਚੋਣਾਂ ਹੋਣੀਆਂ ਸਰਕਾਰਾਂ ਨੇ ਕਰਾਉਣੀਆਂ, ਸਿਆਸੀ ਲੋਕਾਂ ਨੇ ਲੜਨੀਆਂ। ਇਹ ਡਰਾਮਾ ਜਿਹੜਾ ਹੈ ਬੰਦ ਕੀਤਾ ਜਾਏ। ਤੇ ਬੰਦ ਤਾਂ ਹੋਣਾ ਹੈ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਬਾਬਾ ਬੁੱਢਾ ਸਾਹਿਬ ਨੇ ਸ਼ੁਰੂ ਕੀਤੀ ਸੀ, ਜਿਹਦੇ ਨਕਸ਼ੇ ਕਦਮ ਬਾਬਾ ਮੱਖਣ ਸ਼ਾਹ ਲਵਾਣਾ ਚੱਲੇ। ਸਮਾਂ ਆਉਣ ਤੇ ਸ਼ਹੀਦ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, 100 ਸਾਲ ਪਹਿਲਾਂ ਸ਼ਹੀਦ ਭਾਈ ਲਛਮਣ ਸਿੰਘ। ਅੱਜ ਉਹੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਮੈਂ ਇਹਨਾਂ ਸਾਰੇ ਵੀਰਾਂ 'ਚ ਲੈ ਕੇ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪਾਂ ਤੁਹਾਨੂੰ ਦੱਸ ਰਹੇ ਸੀ ਕਿ ਆਪਾਂ ਅੱਜ ਸਰਹੱਦੇ ਖਾਲਸਾ ਤੇ ਪਹੁੰਚੇ ਹੋਏ ਆ ਔਰ ਇੱਥੇ ਕਰੀਬ ਪੌਣੇ 200 ਸਾਲ ਬਾਅਦ ਜਿਹੜਾ ਹੈ ਇੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜਿਹੜੇ ਸੁਸ਼ੋਭਿਤ ਹੋਏ ਹੈਗੇ ਆ ਔਰ ਇੱਥੇ ਇਲਾਹੀ ਬਾਣੀ ਜਿਹੜੀ ਹੈ, ਇਲਾਹੀ ਕੀਰਤਨ ਦਾ ਜਿਹੜਾ ਜਾਪ ਕੀਤਾ ਗਿਆ। ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਇਹ ਜਿਹੜਾ ਇਤਿਹਾਸਿਕ ਸਥਾਨ ਦੇ ਬਣਨ ਵੱਲ ਕਾਫੀ ਅੱਗੇ ਤੱਕ ਆਪਾਂ ਆ ਚੁੱਕੇ ਹੈਗੇ ਆ ਔਰ ਇੱਥੇ ਕਾਫੀ ਸਿੱਖ ਸ਼ਖਸੀਅਤਾਂ ਜਿਹੜੀਆਂ ਹੈਗੀਆਂ ਉਹ ਪਹੁੰਚ ਚੁੱਕੀਆਂ ਹੈਗੀਆਂ। ਇਹ ਜਿਹੜੇ ਇਤਿਹਾਸਿਕ ਜਗ੍ਹਾ ਹੈਗੀ, ਆਪਾਂ ਇਸ ਸੰਬੰਧੀ ਜਿਹੜੀ ਹੈਗੀ ਪਹਿਲਾਂ ਵੀ ਜਿਹੜੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਸੀਗੀਆਂ, ਜਿਸ ਨੂੰ ਦੇਖ ਕੇ ਸਾਨੂੰ ਜਿਹੜਾ ਹੈਗਾ ਮਾਣ ਫਖਰ ਹੁੰਦਾ ਹੈ ਕਿ ਸਾਡੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਖਬਰਾਂ ਉੱਤੇ ਹੀ ਚਲੋ ਕੋਈ ਕਾਰਵਾਈ ਹੋਈ। ਚੱਲ ਸਿੰਘ ਸੰਸਥਾਵਾਂ ਜਿਹੜੀਆਂ ਅੱਗੇ ਆਈਆਂ ਔਰ ਇਸ ਵਿਰਾਸਤ ਨੂੰ ਸਾਂਭਣ ਵਾਸਤੇ ਜਿਹੜੇ ਪਹਿਲ ਕੀਤੀ ਗਈ ਹੈਗੀ ਆ। ਔਰ ਸਾਡੀ ਫਿਰ ਵੀ ਅਪੀਲ ਹੈਗੀ ਸਾਰੀਆਂ ਸੰਗਤਾਂ ਨੂੰ ਕਿ ਤੁਸੀਂ ਇਸ ਜਗ੍ਹਾ ਵੱਲ ਜਿਹੜਾ ਹੈਗਾ ਵੱਧ ਚੜ੍ਹ ਕੇ ਧਿਆਨ ਦਿਓ। ਜੋ ਮਲਟੀਨੈਸ਼ਨਲ ਕੰਪਨੀਆਂ ਦਾ ਜੋ ਇਹਦੇ ਉੱਤੇ ਕਬਜ਼ਾ ਸੀ ਜਾਂ ਹੈ ਹਜੇ ਫਿਲਹਾਲ ਹੈ, ਉਹਨਾਂ ਨੂੰ ਛੁਡਾਇਆ ਜਾਵੇ ਔਰ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਹੈਗੀਆਂ ਨਸਲਾਂ ਨੂੰ ਆਪਾਂ ਜਿਹੜਾ ਹੈਗਾ ਆਪਣਾ ਇਤਿਹਾਸ ਦੱਸ ਸਕੇ ਕਿ ਅਸੀਂ ਵੀ ਕਦੀ ਰਾਜ ਵਾਲੇ ਹੁੰਦੇ ਸੀ। ਕਦੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇੱਕ ਰਾਮ ਰਾਜ ਸੀਗਾ, ਜਿਹੜਾ ਇੱਕ ਬਹੁਤ ਤਗੜਾ ਇਤਿਹਾਸਿਕ ਰਾਜਾ ਰਹੇ ਆਪਣੇ, ਜਿਹੜੇ ਹੈਗੇ ਆ ਬਹੁਤ ਇਮਾਨਦਾਰ ਰਾਜਾ ਰਹੇ ਹੈਗੇ, ਜਿਹੜੇ ਉਹਨਾਂ ਦੇ ਆਉਣ ਵਾਲੇ ਇਤਿਹਾਸ ਬਾਰੇ ਆਪਾਂ ਜਿਹੜੇ ਹੈਗੇ ਆਪਣੇ ਬੱਚਿਆਂ ਨੂੰ, ਆਉਣ ਵਾਲਿਆਂ ਨੂੰ ਨਸਲਾਂ ਨੂੰ ਦੱਸ ਸਕੀਏ। ਇਸ ਜਗ੍ਹਾ ਨੂੰ ਸੰਭਾਲਣ ਵਾਸਤੇ ਹਰੇਕ ਸਿੱਖ ਸੰਸਥਾ ਜਿਹੜੇ ਹੈ, ਹਰੇਕ ਜਿਹੜੇ ਸਿੱਖ ਦੋਖੀ ਹੈਗੇ ਉਹਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ। ਕੈਮਰਾਮੈਨ ਦੇ ਨਾਲ ਸੁਖਵਿੰਦਰ ਸੈਣੀ, ਰੂਪਨਗਰ।